ਅੱਜ ਦੋਵਾਂ ਮੁਲਕਾਂ ਦੇ ਵਿਚਾਲੇ ਯੁੱਧ ਸ਼ੁਰੂ ਹੋਏ ਨੂੰ 13ਵਾਂ ਦਿਨ ਹੋ ਗਿਆ ਤੇ 12ਵੇਂ ਦਿਨ ਰੂਸ ਤੇ ਯੂਕਰੇਨ ਦੇ ਵਿਚਾਲੇ ਬੇਲਾਰੂਸ ਦੇ ਵਿੱਚ ਗੱਲਬਾਤ ਦਾ ਤੀਸਰਾ ਦੌਰ ਸ਼ੁਰੂ ਹੋ ਚੁੱਕਿਆ ਹੈ। ਦੋਵਾਂ ਪੱਖਾਂ ਦੇ ਵਿਚਾਲੇ ਦੋ ਦੌਰ ਦੀ ਗੱਲਬਾਤ ਹਾਲਾਂਕਿ ਨਾਕਾਮ ਰਹੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਗੱਲਬਾਤ ਦੇ ਕੇਂਦਰ ਦੇ ਵਿੱਚ ਇੱਕ ਵਾਰ ਫਿਰ ਮਨੁੱਖੀ ਕੋਰੀਡੋਰ ਦਾ ਮੁੱਦਾ ਰਹੇਗਾ ਤੇ ਇਸ ਕੋਰੀਡੋਰ ਦੇ ਵਿੱਚੋਂ ਯੂਕਰੇਨ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਜਿਹੜੀ ਮੰਗ ਹੈ ਉਹ ਰੱਖੀ ਜਾਏਗੀ ਤੇ ਗੱਲਬਾਤ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਯੂਕਰੇਨ ਦੇ ਵੱਲੋਂ ਗੱਲਬਾਤ ਕਰਨ ਗਏ ਨੁਮਾਇੰਦੇ ਮਿਖਾਇਲੋ ਪੋਦੋਲੋਕ ਨੇ ਰੂਸ ਨੂੰ ਨਾਗਰਿਕਾਂ ਤੇ ਹਮਲੇ ਰੋਕਣ ਦੀ ਅਪੀਲ ਵੀ ਕੀਤੀ। ਯੂਨਾਈਟਿਡ ਨੇਸ਼ਨਸ ਦੇ ਮੁਤਾਬਿਕ ਯੁੱਧਗ੍ਰਸਤ ਯੂਕਰੇਨ ਤੋਂ ਹੁਣ ਤੱਕ 17 ਲੱਖ ਲੋਕ ਨਿਕਲ ਚੁੱਕੇ ਨੇ। ਯੂਕਰੇਨ ਦੇ ਦੱਖਣੀ ਤੇ ਪੂਰਬੀ ਇਲਾਕਿਆਂ ਦੇ ਸ਼ਹਿਰੀ ਕੇਂਦਰਾਂ ਤੇ ਰੂਸ ਦੀ ਭਾਰੀ ਬੰਬਾਰੀ ਲਗਾਤਾਰ ਜਾਰੀ ਹੈ। ਇਸ ਤੋਂ ਪਹਿਲਾਂ ਸ਼ਨੀਚਰਵਾਰ ਨੂੰ ਯੁੱਧ ਵਿਰਾਮ ਟੁੱਟਣ ਤੋਂ ਬਾਅਦ ਮਨੁੱਖੀ ਕੋਰੀਡੋਰ ਬਣਾਉਣ ਦੀ ਕੋਸ਼ਿਸ਼ ਵੀ ਨਾਕਾਮ ਹੋ ਗਈ ਸੀ। ਹਾਲਾਂਕਿ ਸੋਮਵਾਰ ਨੂੰ ਫਿਰ ਰੂਸ ਨੇ ਯੂਕਰੇਨ ਦੇ ਕੁਝ ਸ਼ਹਿਰਾਂ ਦੇ ਵਿੱਚ ਯੁੱਧਬੰਦੀ ਦਾ ਐਲਾਨ ਕੀਤਾ ਹੈ, ਗੋਲੀਬੰਦੀ ਦਾ ਐਲਾਨ ਕੀਤਾ ਹੈ ਤਾਂ ਕਿ ਲੋਕ ਸੁਰੱਖਿਅਤ ਯੂਕਰੇਨ ਦੇ ਵਿੱਚੋਂ ਨਿਕਲ ਸਕਣ। ਪਰ ਜਿਹੜਾ ਲਾਂਘਾ ਦਿੱਤਾ ਗਿਆ ਹੈ ਉਸ ਤੇ ਯੂਕਰੇਨ ਨੇ ਸਖਤ ਇਤਰਾਜ਼ ਜਤਾਇਆ ਹੈ ਕਿ ਰੂਸ ਨੇ ਜਾਣਬੁੱਝ ਕੇ ਰੂਸ ਅਤੇ ਬੇਲਾਰੂਸ ਤੱਕ ਹੀ ਜਾਣ ਦਾ ਰਾਹ ਦਿੱਤਾ ਹੈ। ਯੂਕਰੇਨ ਨੇ ਇਲਜ਼ਾਮ ਲਾਇਆ ਕਿ ਰੂਸੀ ਫੌਜ ਹਸਪਤਾਲਾਂ, ਨਰਸਰੀਆਂ ਅਤੇ ਸਕੂਲਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਨਾਗਰਿਕ ਫੌਜ ਦੇ ਹਮਲੇ ਵਿੱਚ ਫਸੇ ਹੋਏ ਨੇ, ਜਦਕਿ ਰੂਸ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ਰੂਸ ਦੀ ਫੌਜ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਰੂਸ ਨੇ ਦਾਅਵਾ ਕੀਤਾ ਹੈ ਕਿ ਸਾਡੀ ਫੌਜ ਯੂਕਰੇਨ ਦੇ ਰਾਸ਼ਟਰਵਾਦੀਆਂ ਅਤੇ ਨਵ-ਨਾਜ਼ੀਆਂ ਦੇ ਖਿਲਾਫ ਖਾਸ ਫੌਜੀ ਆਪਰੇਸ਼ਨ ਚਲਾ ਰਹੀ ਹੈ ਤੇ ਰੂਸ ਦੇ ਇਸ ਹਮਲੇ ਤੋਂ ਬਾਅਦ ਕੱਚੇ ਤੇਲ ਦੇ ਭਾਅ ਰਿਕਾਰਡ ਵਾਧੇ ਤੇ ਪਹੁੰਚ ਗਏ ਨੇ। ਭਾਅ $139 ਪ੍ਰਤੀ ਬੈਰਲ ਤੱਕ ਪਹੁੰਚ ਗਿਆ, ਜਦਕਿ ਗੈਸ ਦੀ ਅਗਲੇ ਦਿਨ ਦੀ ਡਿਲੀਵਰੀ ਦੀ ਕੀਮਤ ਵੀ ਵੱਧ ਕੇ ਦੁੱਗਣੀ ਹੋ ਗਈ ਹੈ। ਕੱਚੇ ਤੇਲ ਦੇ ਭਾਅ ਵਧਣ ਤੋਂ ਬਾਅਦ ਪਹਿਲੀ ਵਾਰੀ ਬਰਤਾਨੀਆ ਦੇ ਵਿੱਚ ਪੈਟਰੋਲ ਦੀ ਔਸਤਨ ਕੀਮਤ £1.55 ਪ੍ਰਤੀ ਲੀਟਰ ਤੇ ਪਹੁੰਚ ਗਈ ਹੈ ਅਤੇ ਅਮਰੀਕਾ ਨੇ ਰੂਸ ਤੋਂ ਤੇਲ ਤੇ ਗੈਸ ਦੀ ਖਰੀਦ ਰੋਕਣ ਦੇ ਸੰਕੇਤ ਵੀ ਦੇ ਦਿੱਤੇ ਨੇ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਕੈਨੇਡਾ ਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀਆਂ ਨਾਲ ਲੰਡਨ ਦੇ ਵਿੱਚ ਗੱਲਬਾਤ ਕਰ ਰਹੇ ਨੇ। ਪੱਛਮੀ ਮੁਲਕ ਰੂਸ ਤੇ ਹੋਰ ਰੋਕਾਂ ਲਾਉਣ ਦੀ ਤਿਆਰੀ ਵਿੱਚ ਨੇ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਯੂਕਰੇਨ ਦੇ ਵਿੱਚੋਂ ਨਿਕਲ ਰਹੇ ਲੋਕਾਂ ਬਾਰੇ ਰਾਹਤ ਭਰਿਆ ਬਿਆਨ ਦਿੰਦਿਆਂ ਕਿਹਾ ਕਿ ਯੂਕਰੇਨ ਛੱਡ ਕੇ ਭੱਜ ਰਹੇ ਲੋਕਾਂ ਪ੍ਰਤੀ ਸਾਡੀ ਸਰਕਾਰ ਕਾਫੀ ਉਦਾਰ ਰਹੇਗੀ, ਨਰਮ ਰਹੇਗੀ, ਪਰ ਉਹਨਾਂ ਨੂੰ ਬਿਨਾਂ ਰੋਕ-ਟੋਕ ਦੇ ਬਰਤਾਨੀਆ ਦੇ ਵਿੱਚ ਨਹੀਂ ਆਉਣ ਦੇਵੇਗੀ। ਭਾਰਤੀ ਵਿਦਿਆਰਥੀਆਂ ਦੀ ਗੱਲ ਕਰ ਲਈਏ ਤਾਂ ਹਾਲੇ ਤੱਕ ਵੀ ਸੂਮੀ ਦੇ ਵਿੱਚ ਭਾਰਤੀ ਵਿਦਿਆਰਥੀ ਫਸੇ ਹੋਏ ਨੇ। ਪ੍ਰਧਾਨ ਮੰਤਰੀ ਮੋਦੀ ਨੇ ਕੱਲ ਯੂਕਰੇਨ ਅਤੇ ਰੂਸ ਦੇ ਰਾਸ਼ਟਰਪਤੀਆਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਤੋਂ ਸੂਮੀ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਮਦਦ ਵੀ ਮੰਗੀ ਤੇ ਸੂਮੀ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੇ ਕਿਤੇ ਨਾ ਕਿਤੇ ਹੁਣ ਉੱਥੋਂ ਨਿਕਲਣ ਦੀ ਆਸ ਹੈ ਜਿਹੜੀ ਉਹ ਛੱਡ ਦਿੱਤੀ ਹੈ। ਵਿਦਿਆਰਥੀਆਂ ਦੀ ਆਸ ਟੁੱਟਣ ਲੱਗੀ ਹੈ ਕਿਉਂਕਿ ਹਾਲੇ ਵੀ ਉੱਥੇ 700 ਵਿਦਿਆਰਥੀ ਫਸੇ ਹੋਏ ਨੇ ਤੇ ਯੂਕਰੇਨ ਦੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਦੇ ਵਿੱਚ ਫਸੇ ਹੋਏ ਵਿਦਿਆਰਥੀਆਂ ਨੂੰ ਬਾਹਰ ਕੱਢਣ ਦੇ ਵਿੱਚ ਡਾਕਟਰ ਕਰਨ ਸਿੰਘ ਸੰਧੂ ਨੇ ਕਾਫੀ ਮੁਸ਼ੱਕਤ ਕੀਤੀ ਹੈ ਤੇ ਲਗਾਤਾਰ ਕਰ ਰਹੇ ਨੇ। ਡਾਕਟਰ ਕਰਨ ਸੰਧੂ ਦੀ ਮਦਦ ਨਾਲ ਕਰੀਬ 1350 ਵਿਦਿਆਰਥੀ ਯੂਕਰੇਨ ਤੋਂ ਸੁਰੱਖਿਅਤ ਬਾਹਰ ਨਿਕਲੇ ਨੇ ਤੇ ਹਾਲੇ ਵੀ ਡਾਕਟਰ ਕਰਨ ਸੰਧੂ ਉੱਥੇ ਡਟੇ ਹੋਏ ਨੇ। ਪੂਰਬੀ ਇਲਾਕਿਆਂ ਦੇ ਵਿੱਚ ਫਸੇ ਵਿਦਿਆਰਥੀਆਂ ਦੀ ਹਾਲਤ ਕਾਫੀ ਤਰਸਯੋਗ ਹੈ। ਪਿੰਡ ਘੋਲੀਆ ਖੁਰਦ ਦੇ ਨੌਜਵਾਨ ਬਲਜਿੰਦਰ ਸਿੰਘ ਨੇ ਵਾਪਸ ਆ ਕੇ ਆਪ ਬੀਤੀ ਸੁਣਾਈ ਹੈ, ਜਿਹੜਾ ਕਿ ਲੰਬੀ ਜੱਦੋਜਹਿਦ ਤੋਂ ਬਾਅਦ ਘਰੇ ਪਰਤਿਆ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੁਆਰੇਆਣਾ ਦਾ ਖੁਸ਼ਵਿੰਦਰ ਵੀ ਆਪਣੇ ਪਰਿਵਾਰ ਦੇ ਵਿੱਚ ਮੁੜ ਆਇਆ ਹੈ ਤੇ ਖੁਸ਼ਵਿੰਦਰ ਨੇ ਦੱਸਿਆ ਕਿ 10 ਨੌਜਵਾਨ ਫਰੀਦਕੋਟ ਦੇ ਹਾਲੇ ਵੀ ਯੂਕਰੇਨ ਦੇ ਵਿੱਚ ਫਸੇ ਹੋਏ ਨੇ। ਅੰਮ੍ਰਿਤਸਰ ਦੇ 7 ਹੋਰ ਵਿਦਿਆਰਥੀ ਵਾਪਸ ਵਤਨ ਪਰਤ ਆਏ ਨੇ। ਮਾਪਿਆਂ ਨੇ ਨਿੱਘਾ ਸਵਾਗਤ ਕੀਤਾ ਹਵਾਈ ਅੱਡੇ ਤੇ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕੀਤੀ। ਉਧਰ ਪਿਛਲੇ ਕਈ ਦਿਨਾਂ ਤੋਂ ਤੁਹਾਨੂੰ ਜਾਣਕਾਰੀ ਅਸੀਂ ਦੇ ਰਹੇ ਹਾਂ ਕਿ ਆਦਮਪੁਰ ਦੁਆਬਾ ਤੇ ਰਜਤ ਸੋਹਤਾ ਤੇ ਰਮਨਦੀਪ ਸਿੰਘ ਇਹਨਾਂ ਦੋਨਾਂ ਨੇ ਆਪਣੇ ਘਰਦਿਆਂ ਨੂੰ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੂੰ ਰੂਸੀ ਫੌਜ ਨੇ ਬੰਦਕ ਬਣਾਇਆ ਹੋਇਆ ਹੈ। ਕਈ ਦਿਨਾਂ ਤੋਂ ਉੱਥੇ ਹੀ ਉਹ ਫਸੇ ਹੋਏ ਨੇ ਤੇ ਹੁਣ ਦੋਵੇਂ ਨੌਜਵਾਨਾਂ ਨੇ ਫੋਨ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਰੂਸੀ ਫੌਜ ਨੇ ਨਹੀਂ ਬਲਕਿ ਯੂਕਰੇਨ ਦੀ ਪੁਲਿਸ ਨੇ ਬੰਦੀ ਬਣਾਇਆ ਹੋਇਆ। ਯੂਕਰੇਨ ਦੀ ਪੁਲਿਸ ਨੇ 150 ਦੇ ਕਰੀਬ ਭਾਰਤੀਆਂ ਨੂੰ ਬੰਦਕ ਬਣਾਇਆ ਹੋਇਆ। ਸਾਰਿਆਂ ਦੇ ਫੋਨ ਵੀ ਕਬਜ਼ੇ ਵਿੱਚ ਰੱਖੇ ਹੋਏ ਨੇ। ਸਾਰੀ ਰਾਤ ਲਾਈਟ ਬੰਦ ਰੱਖੀ ਜਾਂਦੀ ਹੈ। 5 ਮਿੰਟ ਗੱਲ ਕਰਨ ਦੇ ਲਈ ਫੋਨ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ। ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਯੂਕਰੇਨ ਦੀ ਪੁਲਿਸ ਸਾਨੂੰ ਢਾਲ ਬਣਾ ਕੇ ਕੰਮ ਕਰ ਰਹੀ ਹੈ ਤਾਂ ਜੋ ਰੂਸੀ ਫੌਜ ਉਹਨਾਂ ਤੇ ਹਮਲਾ ਨਾ ਕਰੇ ਤੇ ਪਹਿਲਾਂ ਤਾਂ ਉਹ ਸਾਰੇ ਫੌਜੀ ਆਪਣੇ ਆਪ ਨੂੰ ਰੂਸੀ ਫੌਜ ਦੇ ਮੈਂਬਰ ਦੱਸਦੇ ਰਹੇ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਝੂਠ ਬੋਲ ਰਹੇ ਨੇ। ਰਜਤ ਅਤੇ ਰਮਨਦੀਪ ਦੇ ਪਰਿਵਾਰਕ ਮੈਂਬਰਾਂ ਨੇ ਮੋਦੀ ਸਰਕਾਰ ਨੂੰ ਉਹਨਾਂ ਦੇ ਪੁੱਤਰਾਂ ਨੂੰ ਪਹਿਲ ਦੇ ਆਧਾਰ ਤੇ ਛੁਡਵਾਉਣ ਦੀ ਅਪੀਲ ਕੀਤੀ ਹੈ।
ਮਾਪਿਆਂ ਨੇ ਇਹ ਵੀ ਕਿਹਾ ਕਿ ਜੇ ਸਰਕਾਰ ਉਹਨਾਂ ਨੂੰ ਭਾਰਤ ਨਹੀਂ ਬੁਲਾ ਸਕਦੀ ਤਾਂ ਯੂਕਰੇਨ ਦੇ ਨੇੜਲੇ ਕਿਸੇ ਮੁਲਕ ਦੇ ਵਿੱਚ ਹੀ ਉਹਨਾਂ ਨੂੰ ਭਿਜਵਾ ਦਿੱਤਾ ਜਾਵੇ ਤੇ ਸਾਰਾ ਖਰਚਾ ਆਪਣੇ ਪੱਲਿਓਂ ਵੀ ਕਰਨ ਨੂੰ ਤਿਆਰ ਨੇ। ਇਸੇ ਤਰ੍ਹਾਂ ਮੰਡੀ ਅਹਿਮਦਗੜ੍ਹ ਦੇ ਨੌਜਵਾਨ ਵੀ ਵਾਪਸ ਪਰਤੇ ਨੇ। ਉਹਨਾਂ ਨੇ ਵੀ ਯੂਕਰੇਨ ਦੇ ਫੌਜੀਆਂ ਤੇ ਭੇਦਭਾਵ ਦਾ ਦੋਸ਼ ਲਾਇਆ ਹੈ। ਗੁਰਜੋਤ ਸਿੰਘ ਨੌਜਵਾਨ ਨੇ ਦੱਸਿਆ ਕਿ ਭੁੱਖੇ ਪਿਆਸੇ ਸੈਂਕੜੇ ਮੀਲ ਪੈਦਲ ਚੱਲ ਕੇ ਪੋਲੈਂਡ ਬਾਰਡਰ ਤੱਕ ਪਹੁੰਚਣ ਦੀ ਪੀੜ ਤਾਂ ਮੈਂ ਭੁੱਲ ਸਕਦਾ, ਪਰ ਫੌਜੀਆਂ ਵੱਲੋਂ ਕੀਤਾ ਗਿਆ ਭੇਦਭਾਵ ਸਾਰੀ ਉਮਰ ਨਹੀਂ ਭੁੱਲ ਸਕਦਾ। ਪੰਜਾਬ ਦੀਆਂ ਇਹਨਾਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਯੂਕਰੇਨ ਰੂਸ ਜੰਗ ਦੀਆਂ ਕੁਝ ਹੋਰ ਅਪਡੇਟਸ ਅਤੇ ਪੰਜਾਬ ਭਾਰਤ ਦੁਨੀਆ ਭਰ ਦੀਆਂ ਕੁਝ ਹੋਰ ਖਬਰਾਂ ਦੱਸ ਦਿੰਦੇ ਹਾਂ। ਰੂਸ ਤੇ ਯੂਕਰੇਨ ਦੀ ਜੰਗ ਦਾ ਸੋਮਵਾਰ ਨੂੰ 12ਵਾਂ ਦਿਨ ਰਿਹਾ ਤੇ ਰੂਸ ਨੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਲਈ ਗੋਲੀਬੰਦੀ ਦਾ ਐਲਾਨ ਕੀਤਾ ਹੈ। ਯੂਕਰੇਨ ਦੇ ਵਿੱਚ ਹਾਲਾਤ ਕਾਫੀ ਚਿੰਤਾਜਨਕ ਬਣੇ ਹੋਏ ਨੇ। ਰੂਸ ਨੇ ਯੂਕਰੇਨੀ ਨਾਗਰਿਕਾਂ ਦੀ ਨਿਕਾਸੀ ਦੇ ਲਈ ਸੋਮਵਾਰ ਸਵੇਰ ਤੋਂ ਹੀ ਗੋਲੀਬੰਦੀ ਦੇ ਨਾਲ ਕਈ ਖੇਤਰਾਂ ਦੇ ਵਿੱਚ ਮਨੁੱਖੀ ਲਾਂਘੇ ਖੋਲਣ ਦਾ ਐਲਾਨ ਕੀਤਾ। ਬੰਬਾਰੀ ਦੇ ਨਾਲ ਘਿਰੇ ਹੋਏ ਦੋ ਸ਼ਹਿਰਾਂ ਮਾਰੀਓਪੋਲ ਅਤੇ ਸੁਮੀ ਤੋਂ ਯੂਕਰੇਨ ਦੇ ਸ਼ਹਿਰਾਂ ਅਤੇ ਰੂਸ ਦੇ ਸ਼ਹਿਰਾਂ ਨੂੰ ਜਾਣ ਦਾ ਰਾਹ ਦੇਣ ਦਾ ਐਲਾਨ ਕੀਤਾ ਗਿਆ। ਮਾਰੀਓਪੋਲ ਦੇ ਵਿੱਚ ਜਿੱਥੇ ਲੋਕਾਂ ਦੇ ਕੋਲੇ ਖਾਣ ਪੀਣ ਦਾ ਸਮਾਨ ਵੀ ਖਤਮ ਹੋ ਗਿਆ ਸੀ, ਉਸ ਦੇ ਪਿਛਲੇ ਹਫ਼ਤੇ 2 ਜੰਗਬੰਦੀ ਦੇ ਐਲਾਨ ਜਿਹੜੇ ਨੇ ਉਹ ਬਿਲਕੁਲ ਪੂਰੀ ਤਰ੍ਹਾਂ ਅਸਫਲ ਰਹੇ ਨੇ। ਜੰਗਬੰਦੀ ਦਾ ਐਲਾਨ ਕਰ ਦਿੱਤਾ ਜਾਂਦਾ ਸੀ ਪਰ ਬੰਬਾਰੀ ਜਾਰੀ ਰਹਿੰਦੀ ਸੀ। ਯੂਕਰੇਨ ਮੁਤਾਬਿਕ ਬਹੁਤ ਸਾਰੇ ਸ਼ਹਿਰਾਂ ਦੇ ਸਿਵਲੀਅਨ ਇਲਾਕਿਆਂ ਦੇ ਉੱਤੇ ਲਗਾਤਾਰ ਬੰਬਾਰੀ ਤੇ ਗੋਲੀਬਾਰੀ ਕੀਤੀ ਜਾ ਰਹੀ ਹੈ। ਉੱਤਰ ਦੱਖਣ ਤੇ ਮੱਧ ਯੂਕਰੇਨ ਦੇ ਸ਼ਹਿਰਾਂ ਦੇ ਵਿੱਚ ਰੂਸ ਦੀ ਲਗਾਤਾਰ ਜਾਰੀ ਗੋਲੀਬਾਰੀ ਦੇ ਵਿੱਚ ਹਜ਼ਾਰਾਂ ਯੂਕਰੇਨੀ ਨਾਗਰਿਕ ਉੱਥੋਂ ਸੁਰੱਖਿਅਤ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਗੋਲੀਬੰਦੀ ਰਾਜਧਾਨੀ ਕੀਵ, ਦੱਖਣੀ ਸਾਹਿਲੀ ਸ਼ਹਿਰ ਮਾਰੀਓਪੋਲ, ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਅਤੇ ਸੁਮੀ ਦੇ ਵਿੱਚੋਂ ਨਾਗਰਿਕਾਂ ਨੂੰ ਕੱਢਣ ਦੇ ਲਈ ਕੀਤੀ ਗਈ ਹੈ। ਹਾਲਾਂਕਿ ਕੀਵ ਤੋਂ ਲੋਕਾਂ ਨੂੰ ਰੂਸ ਦੇ ਭਾਈਵਾਲ ਬੇਲਾਰੂਸ ਜਾਣ ਲਈ ਅਤੇ ਖਾਰਕੀਵ ਤੋਂ ਰੂਸ ਜਾਣ ਲਈ ਸੁਰੱਖਿਅਤ ਲਾਂਘਾ ਦਿੱਤਾ ਜਾਵੇਗਾ, ਪਰ ਯੂਕਰੇਨ ਨੂੰ ਰੂਸ ਦਾ ਜਿਹੜਾ ਇਹ ਲਾਂਘਾ ਹੈ ਉਸ ਤੇ ਕਾਫੀ ਇਤਰਾਜ਼ ਹੈ ਕਿ ਰੂਸ ਨੇ ਇੱਥੇ ਵੀ ਚਲਾਕੀ ਦਿਖਾਈ ਹੈ। ਸਾਡੇ ਲੋਕਾਂ ਨੂੰ ਰੂਸ ਤੇ ਬੇਲਾਰੂਸ ਜਾਣ ਲਈ ਕਿਉਂ ਜਿਹੜਾ ਮਜਬੂਰ ਕੀਤਾ ਜਾ ਰਿਹਾ ਹੈ। ਯੂਕਰੇਨ ਨੇ ਇਸ ਪ੍ਰਸਤਾਵ ਨੂੰ ਗੈਰ ਨੈਤਿਕ ਦੱਸਿਆ ਹੈ ਕਿਉਂਕਿ ਇਸ ਵਿੱਚ ਸ਼ਰਨਾਰਥੀਆਂ ਨੂੰ ਬੇਲਾਰੂਸ ਜਾਂ ਰੂਸ ਲਿਜਾਣ ਤੇ ਹੀ ਗੱਲ ਕਹੀ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਕਿਹਾ ਕਿ ਯੂਕਰੇਨ ਦੇ ਲੋਕਾਂ ਨੂੰ ਯੂਕਰੇਨ ਦੇ ਰਾਹ ਹੀ ਬਾਹਰ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਰੂਸੀ ਸਮਾਚਾਰ ਏਜੰਸੀ ਰੀਆ ਨੇ ਯੂਕਰੇਨ ਦੇ ਇਹਨਾਂ ਰਾਹਾਂ ਦੀ ਸੂਚਨਾ ਵੀ ਦਿੱਤੀ ਹੈ। ਮਾਰੀਓਪੋਲ, ਸੁਮੀ ਅਤੇ ਕੀਵ ਤੋਂ ਨਿਕਲਣ ਵਾਲੇ ਜਿਹੜੇ ਰਾਹ ਹੈਗੇ ਨੇ ਉਹ ਸਿੱਧਾ ਇਹਨਾਂ ਲੋਕਾਂ ਨੂੰ ਰੂਸ ਜਾਂ ਫਿਰ ਬੇਲਾਰੂਸ ਲੈ ਕੇ ਜਾਣਗੇ। ਹੋਰ ਕਿਸੇ ਮੁਲਕ ਦੇ ਵਿੱਚ ਉਹ ਕਿਵੇਂ ਜਾ ਸਕਣਗੇ ਇਸ ਤੇ ਭਰੋਸਾ ਨਹੀਂ ਹੈ ਯੂਕਰੇਨ ਦੇ ਲੋਕਾਂ ਨੂੰ ਕਿ ਰੂਸ ਦੇ ਵਿੱਚ ਇੱਕ ਵਾਰੀ ਉਹ ਚਲੇ ਗਏ ਜਾਂ ਬੇਲਾਰੂਸ ਵਿੱਚ ਚਲੇ ਗਏ ਤਾਂ ਉੱਥੋਂ ਹੋਰ ਰਾਹਾਂ ਦੇ ਵਿੱਚ ਹੋਰ ਥਾਵਾਂ ਤੇ ਕਿਵੇਂ ਜਾਣਗੇ ਜਿੱਥੋਂ ਦੀ ਉਹ ਸ਼ਰਨ ਲੈਣੀ ਚਾਹੁੰਦੇ ਨੇ। ਸੋ ਲੱਗਦਾ ਤਾਂ ਇਹ ਚਲਾਕੀ ਭਰਿਆ ਪ੍ਰਸਤਾਵ ਹੈ। ਦੇਖਦੇ ਹਾਂ ਕਿ ਰੂਸ ਇਹਦੇ ਤੇ ਕੋਈ ਗੌਰ ਕਰਦਾ ਦੁਬਾਰਾ ਜਾਂ ਫਿਰ ਨਹੀਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਦੇ ਨਾਲ ਗੱਲਬਾਤ ਕੀਤੀ। ਫੋਨ ਤੇ ਕਈ ਮਿੰਟ ਉਹਨਾਂ ਦੀ ਗੱਲਬਾਤ ਹੋਈ ਹੈ। ਅੱਧੇ ਘੰਟੇ ਦੇ ਕਰੀਬ ਗੱਲਬਾਤ ਦੀ ਜਾਣਕਾਰੀ ਮਿਲੀ ਹੈ। ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹਾਲਾਤਾਂ ਬਾਰੇ ਜਾਣੂ ਕਰਵਾਇਆ ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੇ ਲਈ ਸਹਾਇਤਾ ਦੇਣ ਦੇ ਉਪਰਾਲੇ ਲਈ ਯੂਕਰੇਨ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਤੇ ਸੁਮੀ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਵਿੱਚ ਮਦਦ ਵੀ ਮੰਗੀ। ਪ੍ਰਧਾਨ ਮੰਤਰੀ ਨੇ ਗੱਲਬਾਤ ਤੇ ਬੈਠਕ ਰਾਹੀਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਸ ਜੰਗ ਦਾ ਹੱਲ ਕੱਢਣ। ਉਧਰ ਯੂਕਰੇਨ ਦੀ ਰਾਜਧਾਨੀ ਕੀਵ ਦੇ ਸ਼ਹਿਰ ਦੇ ਵਿੱਚ ਬੰਬਾਰੀ ਦੌਰਾਨ ਇੱਕ ਔਰਤ ਤੇ 2 ਬੱਚਿਆਂ ਸਮੇਤ 4 ਜਣਿਆਂ ਦੀ ਮੌਤ ਹੋ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸ ਤੇ ਯੂਕਰੇਨੀ ਨਾਗਰਿਕਾਂ ਦੇ ਕਤਲ ਦੇ ਇਲਜ਼ਾਮ ਲਾਏ ਨੇ। ਤੇ ਸੋਮਵਾਰ ਨੂੰ ਜਿੱਥੇ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਗੱਲਬਾਤ ਹੋਈ, ਉੱਥੇ ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਵੀ 50 ਮਿੰਟ ਤੱਕ ਫੋਨ ਤੇ ਗੱਲਬਾਤ ਕੀਤੀ। ANI ਦੇ ਮੁਤਾਬਿਕ ਪੁਤਿਨ ਅਤੇ ਮੋਦੀ ਦੇ ਵਿਚਾਲੇ ਯੂਕਰੇਨ ਦੇ ਵਿੱਚ ਇਸ ਵਕਤ ਉੱਭਰਦੇ ਹਾਲਾਤਾਂ ਤੇ ਚਰਚਾ ਹੋਈ ਹੈ। ਹਾਲਾਂਕਿ ਗੱਲਬਾਤ ਦੀ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ। ਉਧਰ ਰਾਇਟਰਸ ਖਬਰ ਏਜੰਸੀ ਦੇ ਮੁਤਾਬਿਕ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੇ ਨਾਲ ਸਿੱਧਾ ਗੱਲਬਾਤ ਕਰਨ ਨੂੰ ਵੀ ਕਿਹਾ ਹੈ। ਤੇ ਰੂਸ ਤੇ ਯੂਕਰੇਨ ਵਿਚਾਲੇ ਜੰਗ ਛਿੜਨ ਤੋਂ ਬਾਅਦ ਮੋਦੀ ਤੇ ਪੁਤਿਨ ਦੇ ਵਿਚਾਲੇ ਇਹ ਤੀਜੀ ਗੱਲਬਾਤ ਹੈ, ਜਦਕਿ ਜ਼ੈਲੈਂਸਕੀ ਦੇ ਨਾਲ ਇਹ ਦੂਸਰੀ ਗੱਲਬਾਤ ਹੋਈ ਹੈ। ਇਸ ਤੋਂ ਪਹਿਲਾਂ ਜ਼ੈਲੈਂਸਕੀ ਅਤੇ ਮੋਦੀ ਨੇ 26 ਫਰਵਰੀ ਨੂੰ ਫੋਨ ਤੇ ਗੱਲਬਾਤ ਕੀਤੀ ਸੀ। ਜੰਗ ਦੇ ਕਾਰਨ ਕੱਚੇ ਤੇਲ ਦਾ ਭਾਅ 13 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੱਧ ਗਿਆ ਹੈ। ਕੱਚੇ ਤੇਲ ਦੇ ਭਾਅ 2008 ਤੋਂ ਬਾਅਦ ਹੁਣ ਤੱਕ ਸਭ ਤੋਂ ਮਹਿੰਗੇ ਹੋ ਗਏ ਨੇ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਪ੍ਰਤੀ ਬੈਰਲ ਤੇਲ ਦੀ ਕੀਮਤ $130 ਤੋਂ ਵੀ ਉੱਤੇ ਹੋ ਗਈ ਹੈ।
ਅਤੇ ਕੱਚੇ ਤੇਲ ਦਾ ਭਾਅ ਵਧਣ ਤੋਂ ਬਾਅਦ ਹੁਣ ਤੁਸੀਂ ਵੀ ਸਾਰੇ ਤਿਆਰ ਰਹੋ ਕਿ ਵੋਟਾਂ ਵਾਲੇ ਦਿਨ ਤੋਂ ਬਾਅਦ ਤੁਰੰਤ ਭਾਰਤ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਭਾਅ ਛਾਲਾਂ ਮਾਰ ਕੇ ਵਧਣਗੇ। ਯੂਕਰੇਨ ਦੇ ਵਿੱਚ ਜ਼ਖਮੀ ਹੋਏ ਭਾਰਤ ਦੇ ਵਿਦਿਆਰਥੀ ਹਰਜੋਤ ਸਿੰਘ ਦੀ ਵੀ ਸੋਮਵਾਰ ਸ਼ਾਮ ਨੂੰ ਵਤਨ ਵਾਪਸੀ ਦੀ ਖਬਰ ਮਿਲੀ। ਦਿੱਲੀ ਦੇ ਰਹਿਣ ਵਾਲੇ ਹਰਜੋਤ ਸਿੰਘ ਨੂੰ 27 ਫਰਵਰੀ ਨੂੰ ਯੂਕਰੇਨ ਦੇ ਵਿੱਚ ਗੋਲੀ ਲੱਗ ਗਈ ਸੀ। ਇਸ ਦੌਰਾਨ ਉਹ ਯੂਕਰੇਨ ਦੇ ਵਿੱਚ ਜ਼ੇਰੇ ਇਲਾਜ ਸਨ। ਭਾਰਤ ਦੇ ਕੇਂਦਰੀ ਰਾਜ ਸਿਵਲ ਐਵੀਏਸ਼ਨ ਮੰਤਰੀ ਵੀਕੇ ਸਿੰਘ ਉਹਨਾਂ ਨੂੰ ਹੋਰ ਭਾਰਤੀਆਂ ਸਮੇਤ ਵਾਪਸ ਲਿਆ ਰਹੇ ਨੇ। ਪੋਲੈਂਡ ਤੋਂ ਭਾਰਤ ਸਰਕਾਰ ਦਾ ਇਹ ਵਿਸ਼ੇਸ਼ ਜਹਾਜ਼ ਉੱਠਿਆ ਤੇ ਸੋਮਵਾਰ ਸ਼ਾਮ ਨੂੰ 6 ਵਜੇ ਤੋਂ ਬਾਅਦ ਭਾਰਤ ਪਹੁੰਚਣ ਦੀ ਜਾਣਕਾਰੀ ਮਿਲੀ ਤੇ ਇਹ ਪੋਲੈਂਡ ਤੋਂ ਭਾਰਤ ਲਈ ਚੱਲਣ ਵਾਲੀ ਆਖਰੀ ਫਲਾਈਟ ਹੈ। ਵੀਕੇ ਸਿੰਘ ਨੇ ਇਸ ਦੀ ਜਾਣਕਾਰੀ ਵੀ ਦਿੱਤੀ, ਯਾਨੀ ਕਿ ਹੁਣ ਪੋਲੈਂਡ ਤੋਂ ਭਾਰਤ ਦੇ ਲਈ ਭਾਰਤ ਸਰਕਾਰ ਵੱਲੋਂ ਭੇਜੀ ਗਈ ਹੋਰ ਕੋਈ ਫਲਾਈਟ ਨਹੀਂ ਉੱਡੇਗੀ, ਨਾ ਹੀ ਉੱਥੇ ਪਹੁੰਚੇਗੀ। ਆਪਣੇ ਪੱਧਰ ਤੇ ਤੁਸੀਂ ਫਲਾਈਟਾਂ ਬੁੱਕ ਕਰਵਾ ਕੇ ਜ਼ਰੂਰ ਆ ਸਕਦੇ ਹੋ ਕਿਉਂਕਿ ਪੋਲੈਂਡ ਨੇ ਫਲਾਈਟਾਂ ਬੰਦ ਨਹੀਂ ਕੀਤੀਆਂ। ਉਧਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਅਤੇ ਉਸਦੇ ਸਹਿਯੋਗੀ ਮੁਲਕ ਨੇਟੋ ਦੇ ਸਾਹਮਣੇ ਆਉਣ ਵਾਲੇ ਕਿਸੇ ਵੀ ਖਤਰੇ ਦੇ ਨਾਲ ਨਜਿੱਠਣ ਨੂੰ ਤਿਆਰ ਨੇ। ਅਮਰੀਕੀ ਵਿਦੇਸ਼ ਮੰਤਰੀ ਇਸ ਵਕਤ ਲਿਥੁਆਨੀਆ ਦੇ ਦੌਰੇ ਤੇ ਹਨ। ਉਹਨਾਂ ਨੇ ਕਿਹਾ ਕਿ ਰੂਸ ਨੇ ਲਿਥੁਆਨੀਆ ਦੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਸਾਈਬਰ ਹਮਲਿਆਂ ਅਤੇ ਦੁਸ਼ਪ੍ਰਚਾਰ ਯਾਨੀ ਕਿ ਝੂਠੇ ਪ੍ਰਚਾਰ ਦੇ ਜ਼ਰੀਏ ਧਰੁਵੀਕਰਨ ਦੇ ਬੀਜ ਬੀਜੇ ਗਏ। ਅਮਰੀਕਾ ਸਹਿਯੋਗੀ ਮੁਲਕਾਂ ਦੇ ਸਾਂਝੇ ਰੱਖਿਆ ਸਿਸਟਮ ਨੂੰ ਮਜ਼ਬੂਤ ਕਰ ਰਿਹਾ ਹੈ, ਲਿਹਾਜ਼ਾ ਅਮਰੀਕਾ ਅਤੇ ਸਹਿਯੋਗੀ ਮੁਲਕ ਕਿਸੇ ਵੀ ਖਤਰੇ ਨਾਲ ਨਜਿੱਠਣ ਦੇ ਲਈ ਤਿਆਰ ਨੇ। ਇਸ ਕੋਸ਼ਿਸ਼ ਦੇ ਵਿੱਚ ਯੂਰਪ ਤੋਂ 7000 ਅਮਰੀਕੀ ਫੌਜੀਆਂ ਨੂੰ ਭੇਜਣਾ ਵੀ ਸ਼ਾਮਿਲ ਹੈ। ਉਹਨਾਂ ਨੇ ਕਿਹਾ ਕਿ ਅਸੀਂ ਨਾਟੋ ਦੀ ਜ਼ਮੀਨ ਦੇ 1-1 ਇੰਚ ਦੀ ਰੱਖਿਆ ਕਰਾਂਗੇ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ CBS ਨਿਊਜ਼ ਦੇ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਬਾਰੇ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਕਿ ਜੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੀ ਇਸ ਜੰਗ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਕੀ ਹੋਵੇਗਾ। ਐਂਟਨੀ ਨੇ ਕਿਹਾ ਕਿ ਯੂਕਰੇਨ ਦੀ ਸਰਕਾਰ ਕੋਲ ਇਸ ਸੰਬੰਧੀ ਯੋਜਨਾ ਬਣਾਈ ਗਈ ਹੈ। ਕਈ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਰੂਸੀ ਹਮਲੇ ਦੇ ਨਿਸ਼ਾਨੇ ਤੇ ਹਨ ਅਤੇ ਜ਼ੈਲੈਂਸਕੀ ਵਾਰ-ਵਾਰ ਇਸ ਬਾਰੇ ਦੱਸ ਵੀ ਚੁੱਕੇ ਨੇ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਜਾਰੀ ਕਰਕੇ। ਜੰਗ ਦੇ ਵਿਰੋਧ ਵਿੱਚ ਰੂਸੀ ਲੋਕ ਕਈ ਥਾਵਾਂ ਤੇ ਪ੍ਰਦਰਸ਼ਨ ਕਰ ਰਹੇ ਨੇ। ਐਤਵਾਰ ਨੂੰ ਪ੍ਰਦਰਸ਼ਨ ਕਰਨ ਵਾਲੇ 3500 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹਨਾਂ ਵਿੱਚੋਂ ਜ਼ਿਆਦਾਤਰ ਲੋਕ ਮਾਸਕੋ ਅਤੇ ਸੇਂਟ ਪੀਟਰਸਬਰਗ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸੀ। ਬਰਤਾਨੀਆ ਦੇ ਉਪ ਪ੍ਰਧਾਨ ਮੰਤਰੀ ਡੋਮਿਨਿਕ ਰਾਬ ਨੇ ਕਿਹਾ ਕਿ ਯੂਕਰੇਨ ਉੱਤੇ ਹਮਲੇ ਰੋਕਣ ਲਈ ਭਾਰਤ ਅਤੇ ਚੀਨ ਦੋਵਾਂ ਨੂੰ ਰੂਸ ਉੱਤੇ ਕੂਟਨੀਤਿਕ ਦਬਾਅ ਪਾਉਣਾ ਚਾਹੀਦਾ ਹੈ। ਰਾਬ ਨੇ ਕਿਹਾ ਕਿ ਚੀਨ ਅਤੇ ਭਾਰਤ ਦੋਵਾਂ ਦੇ ਰੂਸ ਨਾਲ ਚੰਗੇ ਰਿਸ਼ਤੇ ਨੇ। ਦੋਵਾਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਖਿਲਾਫ ਮਤੇ ਤੇ ਵੋਟਿੰਗ ਨਹੀਂ ਕੀਤੀ, ਨਾ ਹੀ ਹਮਲਿਆਂ ਦੀ ਨਿਖੇਧੀ ਕੀਤੀ ਹੈ। ਰੂਸ ਦੇ ਪਰਮਾਣੂ ਹਥਿਆਰਾਂ ਦੀ ਵਰਤੋਂ ਤੇ ਉਹਨਾਂ ਨੇ ਕਿਹਾ ਕਿ ਇਹ ਸਿਰਫ ਬਿਆਨਬਾਜ਼ੀ ਹੈ। ਪਰਮਾਣੂ ਹਥਿਆਰਾਂ ਦੀ ਵਰਤੋਂ ਰੂਸ ਨਹੀਂ ਕਰ ਸਕਦਾ। ਅਮਰੀਕੀ ਅਖਬਾਰ ਦਾ ਵਾਲ ਸਟਰੀਟ ਜਰਨਲ ਦੇ ਵਿੱਚ ਛਪੀ ਖਬਰ ਦੇ ਮੁਤਾਬਿਕ ਰੂਸ ਯੂਕਰੇਨ ਦੇ ਨਾਲ ਲੜਨ ਲਈ ਸੀਰੀਆ ਤੋਂ ਕਿਰਾਏ ਤੇ ਲੜਨ ਵਾਲੇ ਲੋਕਾਂ ਨੂੰ ਭਰਤੀ ਕਰ ਰਿਹਾ ਹੈ। ਇਹਨਾਂ ਲੜਾਕਿਆਂ ਨੂੰ ਲੜਾਈ ਲਈ ਤਿਆਰ ਕੀਤਾ ਗਿਆ ਹੈ। ਹਾਲਾਂਕਿ ਖਬਰ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਸੀਰੀਆਈ ਲੜਾਕੇ ਇਸ ਜੰਗ ਦੇ ਵਿੱਚ ਸ਼ਾਮਿਲ ਹੋਣਗੇ। ਖਬਰ ਮੁਤਾਬਿਕ ਕਈ ਲੜਾਕੇ ਰੂਸ ਪਹੁੰਚ ਗਏ ਨੇ, ਤਾਇਨਾਤ ਹੋਣ ਦੀ ਤਿਆਰੀ ਕਰ ਰਹੇ ਨੇ। ਰੂਸੀ ਅਧਿਕਾਰੀਆਂ ਮੁਤਾਬਿਕ ਸੀਰੀਆ ਦੇ ਵਿੱਚ ਲਗਭਗ 1 ਦਹਾਕੇ ਤੱਕ ਚੱਲੇ ਗ੍ਰਹਿ ਯੁੱਧ ਕਾਰਨ ਲੋਕਾਂ ਨੂੰ ਲੜਨ ਦਾ ਤਜਰਬਾ ਹੈ ਤੇ ਉਹ ਰੂਸ ਦੀ ਸਹਾਇਤਾ ਕਰ ਸਕਦੇ ਨੇ। ਯੂਨਾਈਟਿਡ ਨੇਸ਼ਨਸ ਦੇ ਮੁਤਾਬਿਕ ਯੁੱਧ ਤੋਂ ਬਾਅਦ 15 ਲੱਖ ਤੋਂ ਵੱਧ ਲੋਕਾਂ ਨੇ ਯੂਕਰੇਨ ਨੂੰ ਛੱਡ ਦਿੱਤਾ ਹੈ। ਜੰਗ ਦਰਮਿਆਨ ਭਾਰਤੀ ਨਾਗਰਿਕਾਂ ਦਾ ਯੂਕਰੇਨ ਛੱਡਣਾ ਵੀ ਲਗਾਤਾਰ ਜਾਰੀ ਹੈ ਅਤੇ ਯੂਕਰੇਨ ਦੇ ਆਪਣੇ ਲੋਕਾਂ ਦਾ ਵੀ ਦੇਸ਼ ਛੱਡਣ ਦੀ ਕਵਾਇਦ ਹੈ ਜਿਹੜੀ ਉਹ ਲਗਾਤਾਰ ਜਾਰੀ ਹੈ। ਉਧਰ ਯੂਕਰੇਨ ਦੇ ਰੱਖਿਆ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਫੌਜ ਨੇ ਪੂਰਬੀ ਖੇਤਰ ਦੇ ਵਿੱਚ ਸਥਿਤ ਚੁਹੂਈਵ ਸ਼ਹਿਰ ਨੂੰ ਰੂਸ ਦੇ ਕਬਜ਼ੇ 'ਚ ਛੁਡਾ ਲਿਆ। ਯੂਕਰੇਨ ਦੇ ਚੀਫ ਆਫ ਜਨਰਲ ਸਟਾਫ ਨੇ ਦੱਸਿਆ ਕਿ ਕੀਵ ਦੀ ਫੌਜ ਨੇ ਰੂਸੀ ਫੌਜੀਆਂ ਦੇ ਕਬਜ਼ੇ ਵਿੱਚੋਂ ਸ਼ਹਿਰ ਨੂੰ ਵਾਪਸ ਛੁਡਾ ਲਿਆ ਹੈ। ਇਸ ਲੜਾਈ ਵਿੱਚ ਮਾਸਕੋ ਦੀ ਫੌਜ ਨੂੰ ਭਾਰੀ ਨੁਕਸਾਨ ਹੋਣ ਦਾ ਵੀ ਉਹਨਾਂ ਨੇ ਦਾਅਵਾ ਕੀਤਾ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਨੂੰ ਛੁਡਾਉਣ ਦੇ ਲਈ ਹੋਈ ਜੰਗ ਵਿੱਚ ਰੂਸ ਦੇ 2 ਸੀਨੀਅਰ ਫੌਜੀ ਅਫਸਰਾਂ ਦੀ ਵੀ ਮੌਤ ਹੋ ਗਈ ਹੈ। ਰੂਸ ਨੇ ਹੁਣ ਅਮਰੀਕਾ ਦੇ ਸਾਹਮਣੇ ਇੱਕ ਸ਼ਰਤ ਰੱਖੀ ਹੈ ਜਿਸ ਨਾਲ ਪੱਛਮੀ ਮੁਲਕਾਂ ਦੀ ਪਰੇਸ਼ਾਨੀ ਵੱਧ ਗਈ ਹੈ। ਰੂਸ ਨੇ ਅਮਰੀਕਾ ਤੋਂ ਮੰਗ ਕੀਤੀ ਹੈ ਕਿ ਅਮਰੀਕਾ ਇਸ ਗੱਲ ਦੀ ਗਾਰੰਟੀ ਦੇਵੇ ਕਿ ਪਾਬੰਦੀਆਂ ਦਾ ਅਸਰ ਈਰਾਨ ਦੇ ਨਾਲ ਉਸਦੇ ਵਪਾਰ ਉੱਤੇ ਨਹੀਂ ਪਏਗਾ। ਯੂਕਰੇਨ ਉੱਤੇ ਹਮਲੇ ਨੂੰ ਲੈ ਕੇ ਪੱਛਮੀ ਮੁਲਕਾਂ ਨੇ ਰੂਸ ਤੇ ਬੇਹੱਦ ਸਖਤ ਪਾਬੰਦੀਆਂ ਲਾਈਆਂ ਨੇ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਫ ਨੇ ਕਿਹਾ ਹੈ ਕਿ ਪੱਛਮੀ ਮੁਲਕਾਂ ਦੀਆਂ ਪਾਬੰਦੀਆਂ ਕਰਕੇ ਈਰਾਨ ਦੇ ਨਾਲ ਪਰਮਾਣੂ ਸਮਝੌਤੇ ਦੇ ਵਿੱਚ ਵਿਘਨ ਪਿਆ ਹੈ। ਰੂਸ ਦੀ ਇਸ ਸ਼ਰਤ ਕਰਕੇ ਅਮਰੀਕਾ ਦੀਆਂ ਉਹਨਾਂ ਕੋਸ਼ਿਸ਼ਾਂ ਨੂੰ ਝਟਕਾ ਲੱਗ ਸਕਦਾ ਹੈ ਜਿਸ ਦੇ ਤਹਿਤ ਉਹ ਈਰਾਨ ਦਾ ਮਸਲਾ ਜਲਦ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਰੂਸ ਉੱਤੇ ਪਾਬੰਦੀਆਂ ਯੂਕਰੇਨ ਉੱਤੇ ਹਮਲਾ ਕਰਨ ਦੇ ਕਰਕੇ ਲੱਗੀਆਂ ਨੇ ਤੇ ਇਸ ਨੂੰ ਈਰਾਨ ਦੇ ਪਰਮਾਣੂ ਸਮਝੌਤੇ ਨਾਲ ਜੋੜ ਕੇ ਵੇਖਣ ਦਾ ਕੋਈ ਮਤਲਬ ਨਹੀਂ ਹੈ। ਬਲਿੰਕਨ ਨੇ ਕਿਹਾ ਕਿ ਦੋਵੇਂ ਮਸਲੇ ਬਿਲਕੁਲ ਵੱਖਰੇ ਨੇ ਤੇ ਇਹਨਾਂ ਨੂੰ ਇੱਕੋ ਜਿਹਾ ਜੋੜ ਕੇ ਨਹੀਂ ਦੇਖਿਆ ਜਾ ਸਕਦਾ।